ਹੈਲੋ एवरीवन। ਅੱਜ ਅਸੀਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਪੰਜਾਬੀ ਗ੍ਰਾਮਰ ਦਾ ਲੈਕਚਰ 24 ਦੇਖਾਂਗੇ। ਇਸ ਵਿੱਚ ਅੱਜ ਅਸੀਂ ਮੁਹਾਵਰੇ ਕੰਟੀਨਿਊ ਕਰਾਂਗੇ, ਅਖੌਤਾਂ ਦੇਖਾਂਗੇ ਤੇ ਪੰਜਾਬੀ ਕਾਵਿ ਦੇਖਾਂਗੇ, ਕਾਵਿ ਰੂਪ ਦੇਖਾਂਗੇ, ਜਿਸ ਵਿੱਚ ਕਈ ਕਾਵਿ ਹੁੰਦੇ ਨੇ ਜਿਨ੍ਹਾਂ ਦੇ ਅਰਥ ਸਾਨੂੰ ਜਾਣਨ ਦੀ ਲੋੜ ਹੁੰਦੀ ਹੈ। ਸੋ ਲੈਕਚਰ ਸਟਾਰਟ ਕਰਦੇ ਹਾਂ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਹਨ, ਈ ਬੁੱਕਸ ਪ੍ਰੋਵਾਈਡ ਕੀਤੇ ਜਾ ਰਹੇ ਹਨ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਹਨ। ਜਿਹੜੇ ਬੱਚੇ ਚਾਹਵਾਨ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ। ਉਸ ਤੋਂ ਇਲਾਵਾ ਪੰਜਾਬ ਪਟਵਾਰੀ ਲਈ ਪੇਡ ਕੋਰਸ ਵੀ ਅਵੇਲੇਬਲ ਹੈ। ਜਿਹੜੇ ਬੱਚੇ ਨੇ ਇਹ ਖਰੀਦਣਾ ਚਾਹੁੰਦੇ ਹਨ ਉਹ ਵੈਬਸਾਈਟ 'ਤੇ ਜਾ ਕੇ ਵੀ ਖਰੀਦ ਸਕਦੇ ਹਨ। ਉਸ ਤੋਂ ਇਲਾਵਾ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਜੋ ਕਿ ਗਿਲਸ ਮੈਂਟੋਰ ਦੇ ਨਾਮ ਦੀ ਐਪ ਹੈ। ਪਲੇ ਸਟੋਰ ਤੋਂ ਜਾ ਕੇ ਤੁਸੀਂ ਡਾਊਨਲੋਡ ਕਰੋ, ਉਸ 'ਤੇ ਜਾ ਕੇ ਤੁਸੀਂ ਉਹ ਪਰਚੇਸ ਕਰ ਸਕਦੇ ਹੋ। ਅਤੇ ਜੇ ਤੁਹਾਨੂੰ 5% ਡਿਸਕਾਊਂਟ ਚਾਹੀਦਾ ਤਾਂ ਤੁਸੀਂ ਮੇਰਾ ਰੈਫਰਲ ਕੋਡ ਅਪਲਾਈ ਕਰੋ। ਹਰੇਕ ਲੈਕਚਰ ਦੇ ਕਮੈਂਟ ਸੈਕਸ਼ਨ ਵਿੱਚ ਮੈਂ ਤੁਹਾਨੂੰ ਅਪਲਾਈ ਕਰ ਸਕਦੇ ਹੋ, ਅਵੇਲੇਬਲ ਹੈ। ਮੈਂ ਕਮੈਂਟ ਸੈਕਸ਼ਨ 'ਚ ਅਵੇਲੇਬਲ ਕਰਾ ਦਿੰਦਾ ਹੁੰਦਾ, ਸੋ ਜਾ ਕੇ ਅਪਲਾਈ ਕਰਿਓ। ਉਸ ਤੋਂ ਇਲਾਵਾ ਇਸ ਪੇਡ ਕੋਰਸ ਵਿੱਚ ਤੁਹਾਨੂੰ 200+ ਵੀਡੀਓ ਲੈਕਚਰਸ, 150 ਮੌਕ ਟੈਸਟਸ, ਸੈਕਸ਼ਨ ਟੈਸਟਸ, ਟੌਪਿਕ ਵਾਈਜ਼ ਟੈਸਟ, ਸੈਸ਼ਨ PDF ਵਿਦ ਸੋਲੂਸ਼ਨ, ਈ ਬੁੱਕਸ ਇਹ ਤੁਹਾਨੂੰ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ। ਅਤੇ ਜਿਹੜੇ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਲੱਗਦੀ ਹੈ, ਪਤਾ ਨਹੀਂ ਇਹ ਕੋਰਸ ਕਿਵੇਂ ਦਾ ਹੈ ਕਿਵੇਂ ਦਾ ਨਹੀਂ, ਤਾਂ ਤੁਸੀਂ ਐਪ ਡਾਊਨਲੋਡ ਕਰੋ, ਐਪ ਡਾਊਨਲੋਡ ਕਰੋ। ਐਪ 'ਚ ਜਾ ਕੇ ਤੁਸੀਂ ਜਦੋਂ ਪੇਡ ਕੋਰਸ ਖੋਲੋਗੇ ਨਾ, ਉਸ ਵਿੱਚ ਤੁਹਾਨੂੰ ਕੰਟੈਂਟ ਦਿੱਤਾ ਹੋਏਗਾ। ਉਸ ਕੰਟੈਂਟ ਵਿੱਚ ਕੁਝ ਲੈਕਚਰਸ ਡੈਮੋ ਹੈ, ਉਹ ਜਾ ਕੇ ਤੁਸੀਂ ਦੇਖੋ ਅਤੇ ਡਿਸੀਜ਼ਨ ਲਵੋ ਕਿ ਤੁਸੀਂ ਖਰੀਦਣਾ ਚਾਹੁੰਦੇ ਹੋ ਜਾਂ ਨਹੀਂ। ਅਸੀਂ ਪੂਰਾ ਸਟਰਕਚਰ ਵਾਈਜ਼ ਤਿਆਰੀ ਕਰਾ ਰਹੇ ਹਾਂ, ਸੋ ਜਿਹੜੇ ਬੱਚੇ ਚਾਹਵਾਨ ਹਨ ਉਹ ਜਾ ਕੇ ਜ਼ਰੂਰ ਖਰੀਦਣ। ਸੋ ਲੈਕਚਰ ਸਟਾਰਟ ਕਰਦੇ ਹਾਂ। ਉਵੇਂ ਹੀ ਆਪਾਂ ਮੁਹਾਵਰੇ ਕੰਟੀਨਿਊ ਰੱਖਾਂਗੇ। ਪਹਿਲਾ ਹੈਗਾ ਜੀਭ ਦੰਦਾ ਹੇਠ ਦੇਣਾ, ਮਤਲਬ ਸਹਿ ਲੈਣਾ। ਜੀਭ ਦੰਦਾ ਹੇਠ ਦੇਣਾ, ਸਹਿ ਲੈਣਾ। ਝੱਗ ਛੱਡਣਾ ਮਤਲਬ ਗੁੱਸੇ ਵਿੱਚ ਆ ਜਾਣਾ। ਝੱਗ ਛੱਡਣਾ ਮਤਲਬ ਗੁੱਸੇ ਵਿੱਚ ਆ ਜਾਣਾ। ਝੋਲੀ ਚੁੱਕਣਾ ਮਤਲਬ ਖੁਸ਼ਾਮਦ ਕਰਨਾ। ਝੰਡ ਬਣਾਉਣੀ, ਇਸ ਦਾ ਕੀ ਮਤਲਬ ਹੋ ਜਾਏਗਾ ਘੁਮੰਡ ਤੋੜਨਾ। ਝਾਟਾ ਪੁੱਟਣਾ, ਲੜਾਈ ਕਰਨੀ। ਝੱਸ ਪੂਰਾ ਕਰਨਾ, ਆਦਤ ਪੂਰੀ ਕਰਨੀ। ਝੱਸ ਪੂਰਾ ਕਰਨ ਦਾ ਮਤਲਬ ਆਦਤ ਪੂਰੀ ਕਰਨੀ। ਜਿੱਥੇ ਇੱਥੇ ਮੈਂ ਰਿਪੀਟ ਕਰ ਰਿਹਾ ਨਾ ਤਾਂ ਉਹ ਤੁਸੀਂ ਧਿਆਨ ਦੇਣੀ ਹੈ। ਝੱਟ ਟਪਾਉਣਾ ਤਾਂ ਉਹ ਕੁਕਰਨਾ। ਝੇਪ ਖਾ ਜਾਣਾ, ਝਿਜਕ ਜਾਣਾ। ਟਰ ਟਰ ਕਰਨਾ, ਫਜ਼ੂਲ ਬੋਲਣਾ। ਟੁੱਟੇ ਛਿੱਤਰ ਵਾਂਗੂ ਵੱਧਣਾ, ਅੱਗੋਂ ਵਧੀਕੀ ਕਰਨੀ। ਟਕੇ ਚਾਲ ਚੱਲਣਾ, ਹੌਲੀ ਤੁਰਨਾ। ਟਕੇ ਚਾਲ ਚੱਲਣਾ, ਹੌਲੀ ਤੁਰਨਾ। ਟੁੱਲ ਲਾਉਣਾ, ਬੇਮਕਸਦ ਯਤਨ ਕਰਨਾ। ਟਕੇ ਕੋ ਤੁਰਨਾ, ਪੈਸੇ ਲੈ ਕੇ ਕੰਮ ਕਰਨਾ। ਟਹਿ ਟਹਿ ਕਰਨਾ, ਬਹੁਤ ਖੁਸ਼ ਹੋਣਾ। ਠੂੰਗਾ ਮਾਰਨਾ, ਘੱਟ ਤੋਲਣਾ। ਠੂੰਗਾ ਮਾਰਨਾ, ਘੱਟ ਤੋਲਣਾ। ਡੋਂਡੀ ਪਿੱਟਣਾ, ਢੰਡੋਰਾ ਪਿਟਵਾ ਦੇਣਾ। ਡਾਂਡਾ ਨਿਕਲ ਜਾਣੀਆਂ, ਆਪ ਮੋਹਰੇ ਚਿੱਕਾ ਨਿਕਲ ਪੈਣਾ। ਆਪ ਮੋਹਰੇ ਚਿੱਕਾ ਨਿਕਲ ਪੈਣਾ। ਡੋਬੂ ਪੈਣੇ, ਦਿਲ ਘਬਰਾਉਣਾ। ਡੰਡੇ ਵਜਾਉਣਾ, ਵੇਲਾ ਫਿਰਨਾ। ਉਸ ਤੋਂ ਅੱਗੇ ਟਹਿ ਚੜ੍ਹਨਾ, ਚਲਾਕੀ ਵਿੱਚ ਫਸ ਜਾਣਾ। ਢੌਂਕਾ ਲਾਉਣਾ, ਥੋੜ੍ਹਾ ਚਿਰ ਸੋ ਲੈਣਾ। ਢੱਕੀ ਰਿੰਨਣਾ, ਚੁੱਪ ਚਾਪ ਸਹਿ ਜਾਣਾ। ਢੱਕੀ ਰਿੰਨਣਾ ਮਤਲਬ ਚੁੱਪ ਚਾਪ ਸਹਿ ਜਾਣਾ। ਢਹਿ ਚੜ੍ਹਨਾ, ਚਲਾਕੀ ਵਿੱਚ ਫਸ ਜਾਣਾ। ਉਰੇ ਮੈਂ ਗਲਤ ਨਾ ਕਹਿ ਗਿਆ ਹੋਵਾਂ। ਢਹਿ ਚੜ੍ਹਨਾ, ਚਲਾਕੀ ਵਿੱਚ ਫਸ ਜਾਣਾ। ਢੋਕਾ ਲਾਉਣਾ, ਥੋੜ੍ਹਾ ਚਿਰ ਸੋ ਲੈਣਾ। ਢੇਰੀ ਢਾਉਣੀ, ਦਿਲ ਛੱਡ ਦੇਣਾ। ਢੋ ਡੁੱਕਣਾ ਤਾਂ ਮੌਕਾ ਮਿਲਣਾ, ਚੰਗਾ ਸਬੱਬ ਬਣ ਜਾਣਾ। ਤਰੱਟੀ ਚੋੜ ਕਰਨੀ, ਬਹੁਤ ਨੁਕਸਾਨ ਕਰਨਾ। ਤਰਲੋ ਮੱਛੀ ਹੋਣਾ, ਉਤਾਵਲਾ ਹੋਣਾ, ਬੇਚੈਨ ਹੋਣਾ। ਕੀ ਮਤਲਬ ਹੋ ਜਾਏਗਾ ਤਰਲੋ ਮੱਛੀ ਹੋਣਾ, ਉਤਾਵਲਾ ਹੋਣਾ, ਬੇਚੈਨ ਹੋਣਾ। ਤੇਰਾ ਤਾਲੀ ਹੋਣਾ ਮਤਲਬ ਬਹੁਤ ਚਲਾਕ ਹੋਣਾ। ਤੇਲ ਚੋਣਾ ਮਤਲਬ ਸਵਾਗਤ ਕਰਨਾ। ਤੇਲ ਚੋਣਾ ਦਾ ਕੀ ਮਤਲਬ ਹੋ ਜਾਏਗਾ ਸਵਾਗਤ ਕਰਨਾ। ਤਣਿੰਗ ਹੋ ਜਾਣਾ ਮਤਲਬ ਰੁੱਸ ਜਾਣਾ। ਤਲੀਆਂ ਚੱਸਣੀਆਂ, ਸੇਵਾ ਕਰਨੀ। ਤੌਣੀ ਲਾਉਣੀ, ਮਾਰ ਕੁੱਟ ਕਰਨੀ। ਤਰਾ ਨਿਕਲ ਜਾਣਾ, ਅਚਾਨਕ ਡਰ ਜਾਣਾ। ਤਕਲਾ ਵਿੰਗਾ ਰਹਿਣਾ, ਵਿਗੜਿਆ ਰਹਿਣਾ। ਤਕਲਾ
ਵਿੰਗਾ ਰਹਿਣਾ ਮਤਲਬ ਵਿਗੜਿਆ ਰਹਿਣਾ। ਉਸ ਤੋਂ ਬਾਅਦ ਤਰੈ ਕੱਢਣਾ, ਇਸ ਦਾ ਕੀ ਮਤਲਬ ਹੋ ਜਾਏਗਾ? ਅਚਾਨਕ ਡਰ ਜਾਣਾ। ਤਾਕ ਹੋਣਾ ਮਤਲਬ ਕਿਸੇ ਕੰਮ ਵਿੱਚ ਨਿਪੁੰਨ ਹੋਣਾ। ਤਿਲਾਂ ਪਾਸੋਂ ਤੇਲ ਲੈਣਾ, ਤਿਲਾਂ ਪਾਸੋਂ ਤੇਲ ਲੈਣਾ, ਸਖਤੀ ਨਾਲ ਕੰਮ ਲੈਣਾ। ਤੰਦਾਂ ਵੱਲੀਆਂ ਜਾਣੀਆਂ, ਤੰਦਾਂ ਵੱਲੀਆਂ ਜਾਣੀਆਂ, ਕਰਜ਼ਾਰ ਹੋਣਾ, ਪ੍ਰੇਮ ਵਿੱਚ ਜਕੜੇ ਹੋਣਾ। ਥੁੱਕੀ ਵੜੇ ਪਕਾਉਣੇ, ਥੁੱਕੀ ਵੜੇ ਪਕਾਉਣੇ, ਬੇਮਤਲਬ ਹੀ ਕਿਸੇ ਕੰਮ ਦੀ ਆਸ ਕਰਨਾ, ਬੇਮਤਲਬ ਹੀ ਕਿਸੇ ਕੰਮ ਦੀ ਆਸ ਕਰਨਾ। ਜਾਂ ਇਵੇਂ ਵੀ ਕਹਿ ਸਕਦੇ ਹੋ, ਕੰਮ ਨੂੰ ਜ਼ੁਬਾਨੀ ਕਲਾਮੀ ਕਰਨਾ, ਕੰਮ ਨੂੰ ਜ਼ੁਬਾਨੀ ਕਲਾਮੀ ਕਰਨਾ। ਥਈਆਂ ਥਈਆਂ ਕਰਨਾ, ਖੁਸ਼ੀ ਵਿੱਚ ਨੱਚਣਾ। ਥੰਮੀ ਖਿੱਚਣਾ, ਸਹਾਰਾ ਹਟਾ ਦੇਣਾ। ਦੂਰ ਦੂਰ ਹੋਣੀ, ਬਦਨਾਮ ਹੋਣਾ। ਦਮ ਗਜੇ ਮਾਰਨਾ, ਫੜਾ ਮਾਰਨਾ, ਦਮ ਗਜੇ ਮਾਰਨਾ ਮਤਲਬ ਫੜਾ ਮਾਰਨਾ। ਦੰਦੋ ੜਿੱਕਾ ਵੱਜਣਾ, ਦੰਦੋ ੜਿੱਕਾ ਵੱਜਣਾ। ਠੰਡ ਨਾਲ ਕੰਬਣਾ, ਠੰਡ ਨਾਲ ਕੰਬਣਾ। ਯਾਦ ਰੱਖਣਾ ਹੈ, ਠੰਡ ਨਾਲ ਕੰਬਣਾ ਮੁਹਾਵਰਾ ਪੁੱਛਿਆ ਜਾ ਸਕਦਾ ਹੈ। ਦੁੱਧੋ ਪਾਣੀ ਛਾਣਨਾ, ਨਿਆਂ ਕਰਨਾ। ਦਿਲ ਪਾਉਣਾ, ਦਿਲ ਪਾਉਣਾ, ਸੁਭਾਅ ਤੋਂ ਜਾਣੂ ਹੋਣਾ। ਦਾੜ ਥੱਲੇ ਆਉਣਾ, ਅੜਿੱਕੇ ਆਉਣਾ। ਦਿੱਦੇ ਗਾਲਣੇ, ਬਹੁਤਾ ਰੋਣਾ, ਬਹੁਤ ਰੋਣਾ। ਦਿਲ ਖੱਟਾ ਹੋਣਾ, ਕਿਸੇ ਗੱਲ ਤੋਂ ਨਫ਼ਰਤ ਕਰਨਾ। ਧੜੂਕੂ ਲੱਗਣਾ, ਚਿੰਤਾ ਹੋਣੀ। ਧੂੰ ਕੱਢਣਾ, ਭੇਤ ਦੇਣਾ। ਧੌਣ ਵਿੱਚ ਕਿੱਲਾ ਕੱਢਣਾ, ਆਕੜ ਭੰਨਣੀ। ਧੌਣ ਵਿੱਚ ਕਿੱਲਾ ਕੱਢਣਾ ਮਤਲਬ ਆਕੜ ਭੰਨਣੀ। ਨਸਤਰ, ਨਸਤਰ ਚਲਾਉਣਾ। ਕੁਬੋਲ ਬੋਲ ਕੇ ਦੁਖੀ ਕਰਨਾ। ਨੂੰਹ ਅੜ ਜਾਣਾ, ਨੂੰਹ ਅੜ ਜਾਣਾ। ਸਹਾਰਾ ਮਿਲ ਜਾਣਾ। ਨਾਉਣ ਹੋ ਜਾਣਾ, ਨਾਹੁਣ ਹੋ ਜਾਣਾ। ਬਹੁਤ ਨੁਕਸਾਨ ਹੋਣਾ। ਨਾ ਕੱਢਣਾ, ਮਸ਼ਹੂਰ ਹੋਣਾ। ਨੋ ਬਰ ਨੋ ਹੋਣਾ, ਅਰੋਗ ਹੋਣਾ। ਨਿੰਮੋ ਝੂਣਾ ਹੋਣਾ, ਨਿੰਮੋ ਝੂਣਾ ਹੋਣਾ। ਹਾਰ ਕੇ ਉਦਾਸ ਬੈਠਣਾ। ਨੱਕੋ ਠੂਏ ਡੇਗਣਾ, ਨੱਠੋਂ ਠੂਏ ਡਿੱਗਣਾ। ਬਹੁਤ ਆਕੜ ਵਿੱਚ ਰਹਿਣਾ, ਬਹੁਤ ਆਕੜ ਵਿੱਚ ਰਹਿਣਾ। ਨੱਕ ਬੁੱਲ ਮਾਰਨਾ, ਨੱਕ ਬੁੱਲ ਮਾਰਨਾ। ਨੁਕਸ ਕੱਢਣਾ, ਨੱਕ ਬੁੱਲ ਮਾਰਨਾ ਮਤਲਬ ਨੁਕਸ ਕੱਢਣਾ। ਨੂੰਹਾਂ ਤੇ ਲਿਖਿਆ ਹੋਣਾ, ਨਹੁੰਆਂ, ਨਹੁੰਆਂ ਤੇ, ਨੂੰਹਾਂ ਤੇ ਕਹਿ ਲਓ, ਨਹੁੰਆਂ ਤੇ, ਨੂੰਹਾਂ ਤੇ ਕਹਿ ਲਓ, ਨੂੰਹਾਂ, ਨੂੰਹਾਂ ਤੇ ਲਿਖਿਆ ਹੋਣਾ। ਤਾਂ ਕਿਵੇਂ ਕਹਿ ਸਕਦੇ ਹੋ? ਚੰਗੀ ਤਰ੍ਹਾਂ ਪਤਾ ਹੋਣਾ। ਨਾ ਹੀਲ ਨਾ ਦਲੀਲ, ਨਾ ਹੀਲ ਨਾ ਦਲੀਲ, ਇਸ ਦਾ ਕੀ ਮਤਲਬ ਹੋ ਜਾਏਗਾ? ਸੋਚ ਵਿਚਾਰ ਨਾ ਕਰਨਾ। 9 ਨਿੱਧਾਂ ਤੇ 12 ਸਿੱਧਾ ਹੋਣਾ, ਖੁਸ਼ ਹਾਲ ਹੋਣਾ। ਪੂਰੇ ਪਾਉਣਾ, ਲੀ ਪਾਉਣਾ। ਪੱਛੀ ਲਾਉਣਾ, ਸਾੜਨਾ। ਪੱਥਰ ਚੋਂ ਪਾਣੀ ਕੱਢਣਾ, ਅਣਹੋਣੀ ਗੱਲ ਕਰਨਾ। ਪੱਥਰ ਚੋਂ ਪਾਣੀ ਕੱਢਣਾ, ਅਣਹੋਣੀ ਗੱਲ ਕਰਨਾ। ਉਸ ਤੋਂ ਅੱਗੇ ਦੇਖਦੇ ਹਾਂ ਮੁਹਾਵਰੇ। ਹਲੇ ਆਪਣੇ ਮੁਹਾਵਰੇ ਹੀ ਚੱਲ ਰਹੇ हैं। ਪੁੱਠੀ ਕਲਮ ਵੱਗਣਾ, ਮਾੜੀ ਕਿਸਮਤ ਹੋਣਾ। ਪੱਕੇ ਪੈਰਾਂ ਤੇ ਖਲੋਣਾ, ਸੁਰੱਖਿਅਤ ਹੋਣਾ। ਪੱਟ ਤੇ ਪੰਗੂੜੇ ਝੂਟਣਾ, ਮੋਜਾਂ ਮਾਣਨਾ। ਪੱਤ ਪੱਤ ਢੂੰਡਣਾ, ਬਹੁਤਾ ਲੱਭਣਾ। ਪੱਤਰਾਵਾਚ ਜਾਣਾ, ਖਿਸਕ ਜਾਣਾ। ਪੱਤਰਾਵਾਚ ਜਾਣਾ ਮਤਲਬ ਖਿਸਕ ਜਾਣਾ। ਪੱਲਾ ਗਲ ਵਿੱਚ ਪਾਉਣਾ, ਪੱਲਾ ਜਿਹੜਾ ਹੈ ਗਲ ਵਿੱਚ ਪਾਉਣਾ ਮਤਲਬ ਨਿਮਰਤਾ ਸਹਿਤ ਬੇਨਤੀ ਕਰਨੀ। ਪਾਜ, ਪਾਜ ਖੁੱਲ੍ਹ ਜਾਣਾ ਮਤਲਬ ਭੇਦ ਖੁੱਲ੍ਹ ਜਾਣਾ। ਪਾਂਦਾ ਨਾ ਪੁੱਛਣਾ, ਕੰਮ ਲਈ ਝੱਟ ਤਿਆਰ ਹੋ ਜਾਣਾ। ਪਿੱਠ ਦੇਣਾ, ਮੌਕੇ 'ਤੇ ਕੰਮ ਨਾ ਆਉਣਾ। ਪੋਚਾ ਪਾਉਣਾ, ਮੰਦੀ ਗੱਲ ਨੂੰ ਛੁਪਾਉਣਾ। ਪਿੱਸੂ ਪੈਣੇ, ਫਿਕਰ ਪੈਣਾ। ਫਸਤਾ ਵੱਢਣਾ, ਮੁਕਾ ਦੇਣਾ। ਫਸਲੀ ਬਟੇਰਾ ਹੋਣਾ, ਮੌਕਾ ਪ੍ਰਸਤ ਹੋਣਾ। ਬਿੰਦ ਮਿਲਾਉਣੀ, ਵਿਉਂਤ ਕੱਢਣੀ। ਇਸ ਦਾ ਮਤਲਬ ਦੱਸਿਓ ਕਮੈਂਟ ਸੈਕਸ਼ਨ ਵਿੱਚ ਕਿ ਬਿੰਦ ਮਿਲਾਉਣੀ ਤਾਂ ਜਿਹੜੇ ਇਸ ਦਾ ਮਤਲਬ ਵਿਉਂਤ ਕੱਢਣੀ ਹੈ, ਇਸ ਦਾ ਕੀ ਮਤਲਬ ਹੋਇਆ? ਬੰਨਣੂ ਬੰਨਣੇ, ਥੋੜਾ ਹੋਰ ਐਕਸਪਲੇਨ ਕਰਿਓ, ਤੁਹਾਨੂੰ ਕਮੈਂਟ ਸੈਕਸ਼ਨ ਪੁੱਛਣਾ ਚਾਹਾਂਗਾ। ਬੰਨਣੂ ਬੰਨਣੇ, ਪ੍ਰੋਗਰਾਮ ਬਣਾਉਣਾ। ਬੁੱਕਲ ਵਿੱਚ ਰੋੜੀ ਬਣਨਾ, ਗੁਪਤ ਕੋਸ਼ਿਸ਼ ਕਰਨਾ। ਬਚਨ ਜਿਹੜੇ ਬਚਨ ਹੁੰਦੇ ਆ ਉਹ ਪਾਲਣਾ ਮਤਲਬ ਇਕਰਾਰ ਪੂਰਾ ਕਰਨਾ। ਬੋਟ ਹੋ ਜਾਣਾ, ਬੇਆਸਰੇ ਹੋ ਜਾਣਾ। ਬੱਜ ਪੈਣੀ, ਇੱਜ਼ਤ ਜਾਂ ਸੁੰਦਰਤਾ ਵਿੱਚ ਫਰਕ ਪੈਣਾ।
ਬਲ ਬਲ ਜਾਣਾ ਮਤਲਬ ਕੁਰਬਾਨ ਜਾਣਾ, ਬਲ ਬਲ ਜਾਣਾ ਮਤਲਬ ਕੁਰਬਾਨ ਜਾਣਾ। ਭੁੱਖ ਲਾਉਣੇ, ਭੁੱਖ ਲਾਉਣੇ ਮਤਲਬ ਬਹੁਤ ਗਰਮੀ ਪੈਣੀ, ਭੁੱਖ ਲਾਉਣੇ ਮਤਲਬ ਬਹੁਤ ਗਰਮੀ ਪੈਣੀ। ਭੁੰਜੇ ਲੱਥ ਜਾਣਾ ਚਿੰਤਾ ਵਿੱਚ ਡੁੱਬ ਜਾਣਾ, ਭੁੰਜੇ ਲੱਥ ਜਾਣਾ ਮਤਲਬ ਚਿੰਤਾ ਵਿੱਚ ਡੁੱਬ ਜਾਣਾ। ਭੁੰਨੇ ਤਿੱਤਰ ਉਡਾਉਣਾ ਅਣਹੋਣੀ ਗੱਲ ਕਰਨਾ, ਭੁੰਨੇ ਤਿੱਤਰ ਉਡਾਉਣਾ ਅਣਹੋਣੀ ਗੱਲ ਕਰਨਾ। ਭੁਗਤ ਸੁਆਰਨੀ ਚੰਗੀ ਤਰ੍ਹਾਂ ਸਿੱਧ ਕਰਨਾ, ਭੁਗਤ ਸੁਆਰਨੀ ਚੰਗੀ ਤਰ੍ਹਾਂ ਸਿੱਧ ਕਰਨਾ। ਭੱਠ ਚੌਕਣਾ ਫਜ਼ੂਲ ਕੰਮ ਕਰਨਾ, ਭੱਠ ਚੌਕਣਾ ਫਜ਼ੂਲ ਕੰਮ ਕਰਨਾ। ਭਾਂ ਭਾਂ ਕਰਨਾ ਬੇਰੌਣਕੀ ਹੋਣਾ, ਭਾਂ ਭਾਂ ਕਰਨਾ ਬੇਰੌਣਕੀ ਹੋਣਾ। ਭਾਨੀ ਮਾਰਨਾ ਕੰਮ ਵਿਗਾੜਨਾ, ਭਾਨੀ ਮਾਰਨਾ ਕੰਮ ਵਿਗਾੜਨਾ। ਭੁੰਡਾਂ ਦੀ ਖੱਖਰ, ਭੁੰਡਾਂ ਦੀ ਖੱਖਰ ਭੈੜਾ ਬੰਦਾ, ਭੁੰਡਾਂ ਦੀ ਖੱਖਰ ਮਤਲਬ ਭੈੜਾ ਬੰਦਾ। ਭੰਗ ਭੁੱਜਣਾ ਘਰੋਂ ਗਰੀਬ ਹੋਣਾ, ਭੰਗ ਭੁੱਜਣਾ ਘਰੋਂ ਗਰੀਬ ਹੋਣਾ। ਭੋਗ ਨਾ ਪਾਉਣਾ, ਭੋਗ ਨਾ ਪਾਉਣਾ। ਜ਼ਿਕਰ ਨਾ ਕਰਨਾ ਮੱਥਾ ਢਾਉਣਾ, ਲੜਾਈ ਸ਼ੁਰੂ ਕਰਨੀ। ਮੱਛੀ ਵਿਕਣਾ ਬਹੁਤਾ ਰੋਲਾ ਪੈਣਾ। ਮੂੰਹ ਚਿੱਤ ਲੱਗਣਾ ਸੋਹਣਾ ਹੋਣ ਕਰਕੇ ਪਸੰਦ ਆਉਣਾ, ਮੂੰਹ ਚਿੱਤ ਲੱਗਣਾ ਸੋਹਣਾ ਹੋਣ ਕਰਕੇ ਪਸੰਦ ਆਉਣਾ। ਮੋਲਾ ਬਖਸ਼ ਫੇਰਨਾ ਡੰਡਾ ਫੇਰਨਾ, ਮੋਲਾ ਬਖਸ਼ ਫੇਰਨਾ ਡੰਡਾ ਫੇਰਨਾ। ਅੱਗੇ ਦੇਖਦੇ ਹਾਂ। ਮੱਸ ਫੁੱਟਣੀ ਦਾੜੀ ਆਉਣੀ, ਮਾਤਾ ਦਾ ਮਾਲ ਕਮਜ਼ੋਰ ਆਦਮੀ ਮੁਫਤ ਦਾ ਸਮਾਨ, ਮਾਫ ਕਰਿਓ। ਮੱਕੂ ਠੱਪਣਾ ਸਿੱਧਾ ਕਰਨਾ। ਯੱਕੜ ਮਾਰਨੇ ਗੱਪਾਂ ਮਾਰਨੀਆਂ, ਯੱਕੜ ਮਾਰਨੇ ਮਤਲਬ ਗੱਪਾਂ ਮਾਰਨੀਆਂ। ਰੰਗ ਲਿਆਉਂਦਾ ਫਲ ਮਿਲਣਾ, ਰੰਗ ਲਿਆਉਂਦਾ ਫਲ ਮਿਲਣਾ। ਰੰਗ ਲਿਆਉਂਦਾ ਤਾਂ ਕੀ ਮਤਲਬ ਹੋ ਜਾਏਗਾ, ਫਲ ਮਿਲਣਾ। ਰੇਖ ਵਿੱਚ ਮੇਖ ਮਾਰਨੀ ਮਤਲਬ ਕਿਸਮਤ ਬਦਲ ਦੇਣੀ, ਇਹਦਾ ਤੁਹਾਨੂੰ ਪਤਾ ਹੀ ਹੋਏਗਾ। ਰੱਤ ਪੀਣਾ ਦੂਜਿਆਂ ਦਾ ਹੱਕ ਖਾਣਾ। ਰੱਤ ਖੋਲਣ ਲੱਗਣੀ ਗੁੱਸਾ ਆਉਣਾ। ਰੇਠੜਿਆਂ ਦਾ ਪ੍ਰਸ਼ਾਦ ਮਿਲਣਾ, ਕੋੜੇ ਕੁਸੇਲੇ ਸ਼ਬਦ ਪ੍ਰਾਪਤ ਹੋਣੇ। ਲੱਕ ਬੰਨਣਾ ਪੱਕੀ ਨੀਅਤ ਧਾਰ ਲੈਣਾ। ਲੋਹਾ ਲਾਖਾ ਹੋਣਾ ਬਹੁਤੇ ਗੁੱਸਾ ਹੋਣਾ, ਇਹ ਆਪਾਂ ਪਹਿਲੇ ਪੜ੍ਹ ਚੁੱਕੇ ਹਾਂ ਵੈਸੇ। ਲਹੂ ਪੰਗਰਨਾ ਮਤਲਬ ਪਿਆਰ ਜਾਗਣਾ। ਲਹੂ ਸੁੱਕਣਾ ਮਤਲਬ ਫਿਕਰ ਹੋਣਾ। ਲੇਖ ਸੜਨੇ ਬੁਰੇ ਦਿਨ ਆਉਣੇ, ਲੇਖ ਸੜਨੇ ਮਤਲਬ ਬੁਰੇ ਦਿਨ ਆਉਣੇ। ਲੀਕ ਲੱਗਣੀ ਬਦਨਾਮੀ ਹੋਣਾ, ਲੀਕ ਲੱਗਣੀ ਬਦਨਾਮੀ ਹੋਣਾ। ਲੱਤਾਂ ਵਿੱਚ ਸਿੱਕਾ ਭਰ ਜਾਣਾ ਮਤਲਬ ਥੱਕ ਜਾਣਾ, ਲੱਤਾਂ ਵਿੱਚ ਸਿੱਕਾ ਭਰ ਜਾਣਾ ਮਤਲਬ ਥੱਕ ਜਾਣਾ। ਲੀਕ ਪੈਣਾ ਮਤਲਬ ਰਿਵਾਜ ਤੁਰ ਪੈਣਾ, ਲੀਕ ਪੈਣਾ ਮਤਲਬ ਰਿਵਾਜ ਤੁਰ ਪੈਣਾ। ਲੀਰਾ ਲਮਕਣਾ ਮੰਦੇ ਹਾਲ ਹੋਣਾ। ਲੋਹਾ ਲਾਖਾ ਹੋਣਾ, ਇਹ ਤੁਹਾਨੂੰ ਮੈਂ ਦੱਸ ਚੁੱਕਾ ਪਹਿਲੇ ਵੀ। ਗੁੱਸੇ ਵਿੱਚ ਆਉਣਾ ਰਿਪੀਟ ਹੋ ਗਿਆ। ਲਹੂ ਖੋਲਣਾ ਜੋਸ਼ ਵਿੱਚ ਆਉਣਾ। ਵੱਡਿਆਂ ਰੂਹਾਂ ਨਾ ਕਰਨਾ, ਵੱਡਿਆ ਰੂਹਾਂ ਨਾ ਕਰਨਾ ਮਤਲਬ ਜਰਾ ਮਨਾ ਨਾ ਕਰਨਾ। ਵਾਹ ਦਾ ਰੁੱਖ ਦੇਖਣਾ ਸਥਿਤੀ ਪਛਾਣਨਾ। ਵਾਲ ਦੀ ਖਾਲ ਲਾਉਣਾ ਵਹਿਮ ਕਰਨਾ। ਵਿੱਚੇ ਵਿੱਚ ਪੀ ਜਾਣਾ ਚੁੱਪ ਕਿਤੇ ਜਰ ਜਾਣਾ, ਚੁੱਪ ਕਿਤੇ ਜਰ ਜਾਣਾ। ਵਾਹ ਨੂੰ ਤਲਵਾਰਾਂ ਮਾਰਨੀਆਂ ਮੱਲੋ ਮੱਲੀ ਲੜ ਪੈਣਾ। ਵੱਡਿਆਂ ਰੂਹ ਨਾ ਕਰਨਾ ਕੰਮ ਕਰਨ ਦੀ ਮਰਜ਼ੀ ਨਾ ਹੋਣਾ। ਵਾਹ ਦੇ ਘੋੜੇ ਚੜ ਜਾਣਾ ਬਹੁਤ ਹੰਕਾਰ ਹੋਣਾ, ਵਾਹ ਦੇ ਘੋੜੇ ਚੜ ਜਾਣਾ ਬਹੁਤ ਹੰਕਾਰ ਹੋਣਾ। ਸੋ ਇਸੇ ਤਰੀਕੇ ਨਾਲ ਜੇ ਤੁਸੀਂ ਆਪ ਵੀ ਇਸ ਨੂੰ ਬਾਰ-ਬਾਰ ਰਿਪੀਟ ਕਰੋ, ਠੀਕ ਹੈ, ਤੁਹਾਨੂੰ ਯਾਦ ਹੋ ਜਾਣਗੇ। ਇਹਨੂੰ ਤੁਸੀਂ ਨਾ ਰੱਟਾ ਮਾਰਨ ਦੀ ਕੋਸ਼ਿਸ਼ ਨਾ ਕਰਿਓ। ਇੱਕ ਦੋ ਵਾਰੀ ਤਿੰਨ ਵਾਰੀ ਹਫਤੇ 'ਚ ਜਾਂ ਹਫਤੇ ਰਿਵੀਜ਼ਨ ਕਰ ਲਿਓ, ਰਿਵੀਜ਼ਨ ਜ਼ਰੂਰ ਕਰਿਓ। ਤੁਸੀਂ ਤੁਹਾਨੂੰ ਬੋਲਣਾ, ਜਿਵੇਂ ਮੈਂ ਬੋਲਿਆ ਨਾ ਇਵੇਂ ਤੁਹਾਨੂੰ ਬੋਲਣਾ, ਆਪਣੇ ਆਪ ਨੂੰ ਸੁਣਾਉਣਾ ਤਾਂ ਤੁਹਾਡੇ ਦਿਮਾਗ 'ਚ ਬਹਿ ਜਾਏਗਾ। ਹਫਤੇ 'ਚ ਇੱਕ ਵਾਰੀ ਰਿਵੀਜ਼ਨ, ਫਿਰ ਦੂਜੇ ਹਫਤੇ ਰਿਵੀਜ਼ਨ, ਫਿਰ ਤੀਜੇ ਹਫਤੇ ਰਿਵੀਜ਼ਨ, ਜਦ ਤੱਕ ਪੇਪਰ ਨਹੀਂ ਹੋ ਜਾਂਦਾ। ਸੋ ਇਹਨਾਂ ਨੂੰ ਯਾਦ ਨਹੀਂ ਕਰਨਾ, ਕਦੀ ਰੱਟਾ ਨਹੀਂ ਝਾੜਨਾ। ਹੁਣ ਆਪਾਂ ਖੋਤਾਂ ਦੇਖਾਂਗੇ, ਠੀਕ ਹੈ। ਅਖਾਣ, ਇਹਨੂੰ ਪ੍ਰਵਰਬਸ ਵੀ ਕਹਿੰਦੇ ਇੰਗਲਿਸ਼ 'ਚ। ਔੜਕ ਬੱਚਾ ਮੁੱਲਿਆ ਤੂੰ ਹੱਟੀ ਬਹਿਣਾ, ਔੜਕ ਬੱਚਾ ਮਿਲਿਆ ਤੂੰ ਹੱਟੀ ਬਹਿਣਾ ਦਾ ਕੀ ਮਤਲਬ ਹੋ ਜਾਏਗਾ, ਅੰਤ ਵਿੱਚ ਪਿਓ ਦਾਦੇ ਵਾਲਾ ਕਿੱਤਾ ਅਪਣਾਉਣਾ। ਇਸ ਦਾ ਕੀ ਮਤਲਬ ਹੋ ਜਾਂਦਾ, ਅੰਤ ਵਿੱਚ ਪਿਓ ਦਾਦੇ ਵਾਲਾ ਕਿੱਤਾ ਅਪਣਾਉਣਾ। ਊਂਠ ਤੇ ਗੱਲ ਟੱਲੀ, ਊਂਠ ਤੇ ਗੱਲ ਟੱਲੀ
ਤਾਂ ਕੀ ਕਵਾਂਗੇ? ਦੋ ਢੁਕਵੀਆਂ ਚੀਜ਼ਾਂ। ਊਂਠ ਤੇ ਗੱਲ ਟੱਲੀ, ਦੋ ਢੁਕਵੀਆਂ ਚੀਜ਼ਾਂ। ਆਪ ਨਾ ਵੰਜੇ ਸੋਰੇ ਲੋਕਾਂ ਮੱਤੀ ਦੇ, ਆਪ ਨਾ ਵੰਜੇ ਸੋਰੇ ਲੋਕਾਂ ਮੱਤੀ ਦੇ। ਜੋ ਕੰਮ ਆਪ ਨਾ ਕੀਤਾ ਜਾਵੇ ਪਰ ਦੂਜੇ ਨੂੰ ਉਹ ਕੰਮ ਕਰਨ ਦੀ ਸਲਾਹ ਦੇਣਾ। ਇਸ ਦਾ ਕੀ ਮਤਲਬ ਹੋ ਜਾਏਗਾ? ਜੋ ਕੰਮ ਆਪ ਨਾ ਕੀਤਾ ਜਾਵੇ ਪਰ ਦੂਜੇ ਨੂੰ ਕੰਮ ਕਰਨ ਦੀ ਸਲਾਹ ਦੇਣਾ। ਇਹ ਕਿਸ ਦਾ ਹੈ? ਆਪ ਨਾ ਵੰਜੇ ਸੋਰੇ ਲੋਕਾਂ ਮੱਤੀ ਦੇ। ਅਗਲਾ ਹੈ ਆਪਣਾ ਨਿੰਗਰ ਪਰਾਇਆ ਠਿੰਗਰ, ਆਪਣਾ ਨਿੰਗਰ ਪਰਾਇਆ ਠਿੰਗਰ। ਆਪਣੀ ਚੀਜ਼ ਨੂੰ ਦੂਜੇ ਨਾਲੋਂ ਚੰਗੀ ਦੱਸਣਾ, ਆਪਣੀ ਚੀਜ਼ ਨੂੰ ਦੂਜੇ ਨਾਲੋਂ ਚੰਗੀ ਦੱਸਣਾ। ਆਪੇ ਮੈਂ ਰੱਜੀ ਭੁੱਜੀ ਆਪੇ ਮੇਰੇ ਬੱਚੇ ਜਿਉਣ। ਇਸ ਦਾ ਕੀ ਮਤਲਬ ਹੋ ਜਾਏਗਾ? ਆਪਣੇ ਮੂੰਹ ਮੀਆਂ ਮਿੱਠੂ ਬਣਨਾ ਤੇ ਆਪਣੀ ਤਾਰੀਫ ਕਰਨੀ, ਕਹਿਣ ਦਾ ਭਾਵ। ਇੱਕੋ ਆਂਡਾ ਹੋ ਵੀ ਗੰਦਾ, ਇੱਕੋ ਆਂਡਾ ਉਹ ਵੀ ਗੰਦਾ। ਇਕਲੌਤਾ ਪੁੱਤਰ ਜੋ ਨਿਕੰਮਾ ਨਿਕਲ ਜਾਵੇ, ਮਤਲਬ ਜੋ ਨਿਕੰਮਾ ਨਿਕਲੇ। ਸਖੀ ਨਾਲੋਂ ਸੂਮ ਭਲਾ, ਸਖੀ ਨਾਲੋਂ ਸੂਮ ਭਲਾ ਜੋ ਤੁਰੰਤ ਦੇਵੇ ਜਵਾਬ। ਇਸ ਦਾ ਕੀ ਮਤਲਬ ਹੋ ਜਾਏਗਾ? ਲਾਰਾ ਲੱਪਾ ਲਾਉਣ ਨਾਲੋਂ ਸਪਸ਼ਟ ਨਾ ਕਰਨ ਵਾਲਾ ਚੰਗਾ ਹੁੰਦਾ ਹੈ। ਉਸ ਤੋਂ ਅੱਗੇ ਸ਼ੇਰ ਦੁੱਧ ਤੇ 20 ਸ਼ੇਰ ਪਾਣੀ ਘੁੰਮਰ ਘੁੰਮਰ। ਠੀਕ ਹੈ, ਸ਼ੇਰ ਦੁੱਧ ਤੇ 20 ਸ਼ੇਰ ਪਾਣੀ ਜਾਂ ਘੁੰਮਰ ਘੁੰਮਰ। ਕੀ ਕਵਾਂਗੇ ਇਸ ਨੂੰ ਆਪਾਂ? ਵਿਖਾਵਾ ਵੱਧ ਕਰੇ ਤੇ ਪੱਲੇ ਕੁਝ ਨਾ ਹੋਵੇ। ਸ਼ੇਰ ਦੁੱਧ ਤੇ 20 ਸ਼ੇਰ ਪਾਣੀ ਘੁੰਮਰ ਘੁੰਮਰ। ਹੱਥਾਂ ਬਾਜ ਕਰਾਰੀਆਂ ਵੈਰੀ ਹੋਣ ਨਾ ਮਿੱਤ। ਇਸ ਦਾ ਕੀ ਮਤਲਬ ਹੋ ਜਾਏਗਾ? ਤਕੜੇ ਦੇ ਵੈਰੀ ਵੀ ਮਿੱਤਰ ਬਣ ਜਾਂਦੇ ਨੇ, ਤਕੜੇ ਦੇ ਵੈਰੀ ਵੀ ਮਿੱਤਰ ਬਣ, ਜਿਵੇਂ ਤਕੜਾ ਹੁੰਦਾ ਕੋਈ, ਉਸਦੇ ਵੀ ਜਿਹੜੇ ਵੈਰੀ ਹੁੰਦੇ ਉਹ ਵੀ ਉਸਦੇ ਮਿੱਤਰ ਬਣ ਜਾਂਦੇ ਨੇ। ਹਮਸਾਇਆ ਮਾਂ ਪਿਓ ਜਾਇਆ, ਹਮਸਾਇਆ ਮਾਂ ਪਿਓ ਜਾਇਆ ਦਾ ਕੀ ਮਤਲਬ ਹੋ ਜਾਏਗਾ? ਆਪਣੇ ਆਂਢ ਗੁਆਂਢ ਦੀ ਮਹੱਤਤਾ ਨੂੰ ਦਰਸਾਉਣ ਲਈ। ਠੀਕ ਹੈ। ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡਾ ਖਾ। ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡਾ ਖਾ। ਇਸ ਦਾ ਕੀ ਮਤਲਬ ਹੋ ਜਾਏਗਾ? ਵਕਤ ਤੋਂ ਪਹਿਲਾਂ ਹੀ ਵਿਉਂਤਾਂ ਬਣਾਉਣ ਵਾਲੀਆਂ ਲਈ। ਦੁਬਾਰਾ ਬੋਲਦਾ ਮੈਂ, ਕਣਕ ਖੇਤ ਕੂੜੀ ਪੇਟ ਆ ਜਵਾਈਆ ਮੰਡਾ ਖਾ। ਵਕਤ ਤੋਂ ਪਹਿਲਾਂ ਹੀ ਵਿਉਂਤਾਂ ਬਣਾਉਣ ਵਾਲਿਆਂ ਲਈ, ਵਿਉਂਤਾਂ ਬਣਾਉਣ ਵਾਲਿਆਂ ਲਈ। ਉਸ ਤੋਂ ਅੱਗੇ ਕੀੜੀ ਨੂੰ ਠੁੱਡਾ ਵੀ ਦਰਿਆ ਏ, ਕੀੜੀ ਨੂੰ ਠੁੱਡਾ ਵੀ ਦਰਿਆ ਏ। ਕਮਜ਼ੋਰ ਲਈ ਛੋਟੀ ਰੁਕਾਵਟ ਹੀ ਵੱਡੀ ਹੁੰਦੀ ਹੈ। ਉਸ ਤੋਂ ਬਾਅਦ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਹੈ, ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਹੈ। ਤੈਨੂੰ ਕੀ ਕਵਾਂਗੇ ਆਪਾਂ? ਜਿੰਨੀ ਕੁ ਆਮਦਨ ਉਨਾ ਕੁ ਹੀ ਖਰਚ ਹੋਣਾ ਜਾਣਾ, ਜਿੰਨੀ ਆਮਦਨ ਹੋਣੀ ਉਨਾ ਹੀ ਖਰਚ ਹੋ ਜਾਣਾ। ਕਹਿਣ ਦਾ ਭਾਵ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਹੈ। ਗੋਂ ਭੁਨਾਵੇ ਜੋਂ, ਗੋਂ ਭੁਨਾਵੇ ਜੋਂ ਮਤਲਬ ਵੀ ਆਪਣੇ ਕੰਮ ਕਰਾਉਣ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਨ। ਜਿਹੜੇ ਮਤਲਬ ਵੀ ਹੁੰਦੇ ਆ ਆਪਣਾ ਕੰਮ ਕਰਾਉਣ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ, ਉਹਨੂੰ ਆਪਾਂ ਅਖਾਣ 'ਚ ਕਿਵੇਂ ਕਹਿ ਸਕਦੇ ਹਾਂ? ਗੋਂ ਭੁਨਾਵੇ ਜੋਂ। ਅੱਗੇ ਦੇਖਦੇ ਹਾਂ, ਵਿਆਹ ਵਿੱਚ 20 ਦਾ ਲੇਖਾ, ਵਿਆਹ ਵਿੱਚ 20 ਦਾ ਲੇਖਾ। ਮਹੱਤਵਪੂਰਨ ਕੰਮ ਵਿੱਚ ਕਿਸੇ ਨਿਗੂਣੇ ਕੰਮ ਦੀ ਗੱਲ ਛੂਣੀ ਜਾਂ ਕਰਨੀ। ਵਿਆਹ ਵਿੱਚ 20 ਦਾ ਲੇਖਾ ਮਤਲਬ ਮਹੱਤਵਪੂਰਨ ਕੰਮ ਵਿੱਚ ਕਿਸੇ ਨਿਗੂਣੇ ਕੰਮ ਦੀ ਗੱਲ ਛੂਣੀ ਜਾਂ ਕਰਨੀ। ਅਗਲਾ ਦੇਖੋ ਅਖਾਣ, ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ, ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ। ਤਾਂ ਇਸ ਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ? ਸੁਚੇਤ ਰਹਿਣ ਵਾਲਿਆਂ ਨੂੰ ਮੌਕਾ ਦਾ ਲਾਭ ਮਿਲਦਾ ਹੈ ਅਤੇ ਆਲਸੀਆਂ ਦੇ ਹੱਥ ਕੁਝ ਨਹੀਂ ਰਹਿੰਦਾ। ਤਾਂ ਇਵੇਂ ਕਿਹਾ ਜਾਂਦਾ ਹੈ ਕਿ ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ। ਸੁਚੇਤ ਰਹਿਣ ਵਾਲਿਆਂ ਨੂੰ ਮੌਕੇ ਦਾ ਲਾਭ ਮਿਲਦਾ ਹੈ ਅਤੇ ਆਲਸੀਆਂ ਦੇ ਹੱਥ ਕੁਝ ਨਹੀਂ ਰਹਿੰਦਾ। ਉਸ ਤੋਂ ਬਾਅਦ ਜੱਟ ਕੀ ਜਾਣੇ ਲੋਕਾਂ ਦਾ ਭਾ, ਜੱਟ ਕੀ ਜਾਣੇ ਲੋਕਾਂ ਦਾ ਭਾ। ਇਸ ਨੂੰ ਕਿਵੇਂ ਕਹਿ ਸਕਦੇ ਹਾਂ? ਸਰਲ ਸੁਭਾਅ ਵਾਲਿਆਂ ਨੂੰ ਪੇਚੀਦਾ ਮਸਲੇ ਸਮਝ ਨਹੀਂ ਆਉਂਦੇ, ਸਰਲ ਸੁਭਾਅ ਵਾਲਿਆਂ ਨੂੰ ਜਿਹੜੇ ਪੇਚੀਦਾ ਮਸਲੇ ਹੁੰਦੇ ਆ ਉਹ ਸਮਝ ਨਹੀਂ ਆਉਂਦੇ। ਉਸ ਤੋਂ ਅੱਗੇ, ਜਿੱਥੇ ਵੇਖਾਂ ਤਵਾ ਪਰਾਤ ਉੱਥੇ ਜਾਵਿਆ ਦਿਨ। ਠੀਕ ਹੈ, ਜਿੱਥੇ ਵੇਖਾਂ ਤਵਾ ਪਰਾਤ ਉੱਥੇ ਜਾਵਾ ਦਿਨ। ਤਾਂ ਇਸ ਦਾ ਕੀ ਮਤਲਬ ਹੋ ਜਾਏਗਾ? ਜੋ ਵਿਅਕਤੀ ਕੇਵਲ ਆਪਣੇ ਖਾਣ ਪੀਣ ਤੱਕ ਹੀ ਮਤਲਬ ਤੇ ਰਾਤ ਰੱਖੇ ਤੇ ਇਸ ਕਾਰਨ ਹੀ ਉਹ ਕਿਸੇ ਨਾਲ ਸੰਬੰਧ ਰੱਖਦਾ ਹੈ। ਮਤਲਬ ਕਿ ਜਿਸਦਾ ਸੰਬੰਧ ਸਿਰਫ ਆਪਣੇ ਮਤਲਬ ਨਾਲ ਹੀ ਕਿਸੇ ਹੋਰ ਨਾਲ ਹੁੰਦਾ ਤਾਂ ਉਨਾ ਹੀ ਉਹ ਸੰਬੰਧ ਰੱਖਦਾ ਹੈ। ਠੀਕ ਹੈ, ਜਹੀ ਚੋਰਾਂ ਖੜੀ ਤੇ ਹੀ ਕਿੱਲੇ ਬੱਧੀ। ਮਤਲਬ ਉਹ ਚੀਜ਼ ਜਿਸ ਦੇ ਰੱਖਣ ਤੇ ਗੁਆ ਦੇਣ ਵਿੱਚ ਕੋਈ ਫਰਕ ਨਾ ਹੋਵੇ।
ਜਿਸ ਦੇ ਰੱਖਣ ਤੇ ਗਵਾ ਦੇਣ ਵਿੱਚ ਕੋਈ ਫਰਕ ਨਾ ਹੋਵੇ ਉਸ ਨੂੰ ਆਪਾਂ ਖਾਣ 'ਚ ਕੀ ਕਹਿ ਸਕਦੇ ਹਾਂ? ਜਿਹੀ ਚੋਰਾਂ ਖੜੀ ਤੇਹੀ ਕਿਲੇ ਬੱਧੀ। ਅਗਲਾ ਦੇਖੋ, ਤੇ ਲੱਗਣ ਤੇ ਖੂਹ ਪਟੀਦਾ, ਤੇ ਲੱਗਣ ਤੇ ਖੂਹ ਪਟੀਦਾ, ਸਮੇਂ ਸਿਰ ਵਿਉਂਤ ਬਣਾਉਣੀ, ਸਮੇਂ ਸਿਰ ਵਿਉਂਤ ਬਣਾਉਣੀ। ਦਾੜੀ ਨਾਲੋਂ ਮੁੱਛਾਂ ਵੱਧ ਗਈਆਂ, ਦਾੜੀ ਨਾਲੋਂ ਮੁੱਛਾਂ ਵੱਧ ਗਈਆਂ ਦਾ ਕੀ ਹੋ ਜਾਏਗਾ? ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੋਣਾ, ਮਤਲਬ ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੋਣਾ। ਦੇਸੀ ਟੱਟੂ ਖੁਰਸਾਨੀ ਦੁਲੱਤੇ, ਦੇਸੀ ਟੱਟੂ ਖੁਰਸਾਨੀ ਦੁਲੱਤੇ ਮਤਲਬ ਦੇਸੀ ਬੰਦਾ ਵਿਦੇਸ਼ੀਆਂ ਦੀ ਰੀਸ ਕਰਨ ਤੇ, ਠੀਕ ਹੈ, ਦੇਸੀ ਬੰਦਾ ਵਿਦੇਸ਼ੀਆਂ ਦੀ ਰੀਸ ਕਰੇ। ਨਾਨੀ ਖਸਮ ਕਰੇ ਦਹੋਤਾ ਝੱਟੀ ਭਰੇ, ਨਾਨੀ ਖਸਮ ਕਰੇ ਧੋਤਾ ਝੱਟੀ ਭਰੇ। ਕਸੂਰ ਕਿਸੇ ਦਾ ਤੇ ਨੁਕਸਾਨ ਭਰੇ ਕੋਈ ਹੋਰ, ਇਸ ਦਾ ਕੀ ਮਤਲਬ ਹੋ ਜਾਏਗਾ? ਕਸੂਰ ਕਿਸੇ ਦਾ ਹੋ ਜਾਏਗਾ ਤੇ ਨੁਕਸਾਨ ਭਰੇ ਕੋਈ ਹੋਰ। ਇਸ ਨੂੰ ਆਪਾਂ ਖਾਣ 'ਚ ਕਿਵੇਂ ਕਵਾਂਗੇ? ਨਾਨੀ ਖਸਮ ਕਰੇ ਧੋਤਾ ਝੱਟੀ ਭਰੇ। ਫੂਹੀ ਫੂਹੀ ਧਲਾ ਭਰ ਜਾਂਦਾ ਹੈ, ਫੂਹੀ ਫੂਹੀ ਧਲਾ ਭਰ ਜਾਂਦਾ ਹੈ। ਛੋਟੇ ਛੋਟੇ ਯਤਨਾਂ ਨਾਲ ਵੱਡੇ ਕੰਮ ਸਿਰੇ ਚੜ੍ਹਦੇ ਨੇ। ਫੂਹੀ ਫੂਹੀ ਧਲਾ ਭਰ ਜਾਂਦਾ ਹੈ ਮਤਲਬ ਛੋਟੇ ਛੋਟੇ ਯਤਨਾਂ ਨਾਲ ਵੱਡੇ ਕੰਮ ਸਿਰੇ ਚੜ੍ਹਦੇ ਨੇ। ਬਿੱਲੀ ਨੂੰ ਚੂਹਿਆਂ ਦੇ ਸੁਪਨੇ, ਬਿੱਲੀ ਨੂੰ ਚੂਹਿਆਂ ਦੇ ਸੁਪਨੇ ਭਾਵ ਆਪਣੇ ਸਵਾਰਥਾਂ ਵੱਲ ਹੀ ਧਿਆਨ ਰੱਖਣਾ, ਭਾਵ ਆਪਣੇ ਸਵਾਰਥਾਂ ਵੱਲ ਹੀ ਧਿਆਨ ਰੱਖਣਾ। ਬੰਦੇ ਦਾ ਬੰਦਾ ਦਾਰੂ, ਬੰਦੇ ਦਾ ਬੰਦਾ ਦਾਰੂ, ਇਸ ਦਾ ਅਰਥ ਕੀ ਹੋ ਜਾਏਗਾ? ਔਖ ਵਿੱਚ ਦੂਜੇ ਬੰਦੇ ਦੀ ਸਹਾਇਤਾ ਦਾ ਬਹੁਤ ਮੁੱਲ ਹੁੰਦਾ ਹੈ, ਔਖ ਵਿੱਚ ਦੂਜੇ ਬੰਦੇ ਦੀ ਸਹਾਇਤਾ ਦਾ ਜਿਹੜਾ ਬਹੁਤ ਮੁੱਲ ਹੁੰਦਾ ਹੈ। ਮਨ ਹਰਾਮੀ ਹੁਜਤਾਂ ਢੇਰ, ਮਨ ਹਰਾਮੀ ਹੁਜਤਾਂ ਢੇਰ ਮਤਲਬ ਕੰਮ ਨਾ ਕਰੇ ਤੇ ਸੌ ਬਹਾਨੇ ਬਣਾਉਣੇ, ਕੰਮ ਨਾ ਕਰੇ ਤੇ ਸੌ ਜੋ ਆਪਾਂ ਕਰਦੇ ਹਾਂ ਨਾ, ਕੋਈ ਕੰਮ ਨਾ ਕਰੀਏ ਤਾਂ ਆਪਾਂ ਬਹਾਨੇ ਬਣਾਉਣ ਲੱਗ ਜਾਂਦੇ ਹਾਂ। ਤਾਂ ਇਸੇ ਤਰ੍ਹਾਂ ਉਸ ਨੂੰ ਆਪਾਂ ਅਖਾਣ 'ਚ ਕਿਵੇਂ ਕਹਿ ਸਕਦੇ ਹਾਂ ਕਿ ਮਨ ਹਰਾਮੀ ਹੁਜਤਾਂ ਢੇਰ। ਉਸ ਤੋਂ ਬਾਅਦ ਹੱਥ ਪੁਰਾਣੇ ਖੋਸੜੇ ਬਸੰਤੇ ਹਰੀ ਆਏ, ਇਸ ਦਾ ਕੀ ਮਤਲਬ ਹੋ ਜਾਏਗਾ? ਜਿਸ ਮਾੜੀ ਹਾਲਤ ਘਰੋਂ ਕਮਾਈ ਕਰਨ ਗਏ ਉਸੇ ਹਾਲਤ ਵਾਪਸ ਮੁੜ ਆਉਣਾ। ਜਿਸ ਮਾੜੀ ਹਾਲਤ ਜਦੋਂ ਆਪਾਂ ਘਰੋਂ ਨਿਕਲ ਕੇ ਕਮਾਈ ਕਰਨ ਗਏ ਉਸੀ ਹਾਲਤ ਵਿੱਚ ਆਪਾਂ ਵਾਪਸ ਆ ਜਾਣਾ, ਤਾਂ ਉਸ ਨੂੰ ਆਪਾਂ ਕਿਵੇਂ ਕਵਾਂਗੇ? ਹੱਥ ਪੁਰਾਣੇ ਖੋਸੜੇ ਬਸੰਤੇ ਹੁਰੀ ਆਏ। ਵੇਲੀ ਜੱਟੀ ਉੱਨ ਵੇਲੇ, ਵੇਲੀ ਜੱਟੀ ਉੱਨ ਵੇਲੇ, ਉੱਨ ਵੇਲੇ ਵੇਲਾ ਵਿਅਕਤੀ ਜਦ ਊਂਟ ਪਟਾਂਗ ਕੰਮ ਕਰੇ, ਤਾਂ ਉਸ ਨੂੰ ਆਪਾਂ ਕੀ ਕਵਾਂਗੇ? ਵੇਲੀ ਜੱਟੀ ਉੱਨ ਵੇਲੇ। ਰੰਡਾ ਗਿਆ ਕੁੜਮਾੜੀ, ਰੰਡਾ ਗਿਆ ਕੁੜਮਾਈ ਆਪਣੀ ਕਰੋ ਕੀ, ਪੂਰਾ ਮੈਂ ਗਲਤ ਨਾ ਬੋਲ ਗਿਆ ਹਾਂ, ਕੁੜਮਾਈ ਹੈ। ਜਦੋਂ ਖੁਦ ਨੂੰ ਲੋੜ ਹੋਵੇ ਤਾਂ ਦੂਜਾ ਉਸ ਕੋਲ ਉਸ ਪਰਾਏ ਕੰਮ ਦੀ ਆਸ ਕਰੇ, ਜਦੋਂ ਉਸ ਨੂੰ ਖੁਦ ਨੂੰ ਲੋੜ ਹੁੰਦੀ ਹੈ ਤਾਂ ਦੂਜਾ ਉਸ ਕੋਲੋਂ ਉਸ ਪਰਾਏ ਕੰਮ ਦੀ ਆਸ ਕਰੇ। ਠੀਕ ਹੈ ਫਰੈਂਡਸ, ਇਹ ਆਪਣੀਆਂ ਕੀ ਸੀ? ਅਖੌਤਾਂ ਜੋ ਆਪਾਂ ਨੇ ਪੜ੍ਹੀਆਂ। ਸੋ ਇਸ ਵਿੱਚ ਜ਼ਿਆਦਾ ਅਰਥ ਦੱਸਣ ਦੀ ਲੋੜ ਨਹੀਂ, ਕਿਉਂਕਿ ਅਰਥ ਤੁਹਾਨੂੰ ਸਾਫ਼ ਹੀ ਪਤਾ ਲੱਗ ਰਿਹਾ। ਮੈਂ ਤੁਹਾਨੂੰ ਤਾਂ ਪੜ੍ਹਾਇਆ ਤਾਂ ਕਿ ਤੁਸੀਂ ਇਸ ਨੂੰ ਇਸੇ ਤਰ੍ਹਾਂ ਬੋਲ ਕੇ ਤੁਹਾਨੂੰ ਰਿਵੀਜ਼ਨ ਕਰਨੀ ਹੈ ਹਫ਼ਤੇ 'ਚ ਇੱਕ ਵਾਰੀ। ਮੇਰਾ ਜੇ ਕਹਿਣਾ ਮੰਨ ਲਓਗੇ ਤਾਂ ਤੁਹਾਨੂੰ ਇਹਨਾਂ ਨੂੰ ਰੱਟਾ ਜਾਣਨ ਦੀ ਕਦੀ ਲੋੜ ਨਹੀਂ ਪੈਣੀ। ਪੰਜਾਬੀ ਭਾਸ਼ਾ ਦੇ ਕਾਵਿ ਰੂਪ, ਕੁਝ ਕਾਵਿ ਰੂਪ ਐਸੇ ਹੁੰਦੇ ਜਿਨ੍ਹਾਂ ਦਾ ਮਤਲਬ ਸਾਨੂੰ ਪਤਾ ਹੋਣਾ ਚਾਹੀਦਾ, ਜਿਵੇਂ ਸਿੱਠ ਸਿੱਠਣੀਆਂ। ਇਸ ਦਾ ਕੀ ਮਤਲਬ ਹੋ ਜਾਏਗਾ? ਕਿਸੇ ਰਸਮ ਜਾਂ ਭੈੜੀ ਆਦਤ ਦਾ ਮਾੜਾ ਪਾਸਾ ਦਿਖਾਉਣ ਵਾਸਤੇ ਵਰਤਿਆ ਜਾਂਦਾ ਹੈ, ਕਿਸੇ ਰਸਮ ਜਾਂ ਭੈੜੀ ਆਦਤ ਦਾ ਮਾੜਾ ਪਾਸਾ ਦਿਖਾਉਣ ਵਾਸਤੇ ਵਰਤਿਆ ਜਾਂਦਾ ਹੈ, ਜਿਵੇਂ ਕਿ ਭੰਗ, ਸਮੈਕ, ਤੰਬਾਕੂ, ਸ਼ਰਾਬ ਜਾਂ ਭੈੜੇ ਪਹਿਰਾਵੇ ਦਾ ਮਖੌਲ ਉਡਾਉਣ ਵਾਸਤੇ ਵਰਤਿਆ ਜਾਂਦਾ ਹੈ। ਵਾਰਾਂ ਆਪਾਂ ਗੱਲ ਕਰਦੇ ਹਾਂ ਨਾ ਵਾਰਾਂ ਦੀ, ਤਾਂ ਵਾਰਾਂ ਕਿੱਦਾਂ ਲਈ ਹੁੰਦੀਆਂ? ਵਾਰਾਂ ਵਿੱਚ ਬਹਾਦਰਾਂ ਦੇ ਕਾਰਨਾਮੇ ਦੱਸੇ ਜਾਂਦੇ ਹਨ। ਵਾਰਾਂ 'ਚ ਕੀ ਦੱਸਿਆ ਜਾਂਦਾ ਹੈ? ਬਹਾਦਰਾਂ ਦੇ ਕਾਰਨਾਮੇ ਦੱਸੇ ਜਾਂਦੇ ਹਨ। ਜਿਵੇਂ ਮਿਰਜ਼ੇ ਦੀ ਸੂਰਾਂ ਵੀ ਵਾਰਾਂ ਦੇ ਘੇਰੇ ਵਿੱਚ ਆਉਂਦੀਆਂ ਹਨ। ਸੋ ਅੱਗੇ ਦੇਖਦੇ ਹਾਂ ਆਪਾਂ। ਗੁਲਜ਼ਾਰਾਂ, ਆਪਾਂ ਨਾਮ ਸੁਣਿਆ ਗੁਲਜ਼ਾਰਾਂ, ਤਾਂ ਗੁਲਜ਼ਾਰਾਂ ਦਾ ਅੱਗੋਂ ਕੀ ਮਤਲਬ ਹੁੰਦਾ ਕਿ ਮੁਸਲਮਾਨੀ ਪੈਗੰਬਰਾਂ ਦੇ ਹਾਲਾਤ ਜੰਗਨਾਮਿਆਂ ਦੀ ਧਾਰਨਾ 'ਤੇ ਹੀ ਹੁੰਦੇ ਹਨ। ਇਸਦਾ ਇਹ ਮਤਲਬ ਹੁੰਦਾ। ਗੁਲਜ਼ਾਰਾਂ ਦਾ ਕੀ ਮਤਲਬ ਹੁੰਦਾ ਹੈ? ਮੁਸਲਮਾਨੀ ਪੈਗੰਬਰਾਂ ਦੇ ਜਿਹੜੇ ਹਾਲਾਤ ਹੁੰਦੇ ਹਨ ਉਹ ਜੰਗਨਾਮਾ ਦੀ ਧਾਰਨਾ 'ਤੇ ਹੀ ਹੁੰਦੇ ਹਨ। ਚਿੱਠੇ ਜਿਵੇਂ ਆਪਾਂ ਕਾਵਿ ਰੂਪ 'ਚ ਦੇਖਦੇ ਹਾਂ, ਤਾਂ ਮਾਲਵੇ ਵਿੱਚ ਕਿਸੇ ਨੂੰ ਹੀ ਚਿੱਠਾ ਕਿਹਾ ਜਾਂਦਾ ਹੈ। ਮਾਲਵੇ ਵਿੱਚ ਕਿਸੇ ਨੂੰ, ਕਿੱਸਾ ਹੁੰਦਾ ਜਿਹੜਾ ਕਿਸੇ ਉਸ ਨੂੰ ਹੀ ਚਿੱਠਾ ਕਿਹਾ ਜਾਂਦਾ ਹੈ ਮਾਲਵਾ ਇਲਾਕੇ ਦੇ। ਠੀਕ ਹੈ, ਹੁਣ ਕਿੱਸੇ ਦਾ ਦੇਖ ਲੈਂਦੇ ਹਾਂ ਆਪਾਂ। ਕਿੱਸੇ ਕੀ ਹੁੰਦੇ ਆ? ਪ੍ਰੇਮ ਪ੍ਰੇਮਿਕਾ, ਧਰਮ ਤੇ ਪਰਵਾਨਿਆਂ ਜਾਂ ਧਾਰਮਿਕ ਯੋਧਿਆਂ ਅਤੇ ਆਮ ਘਟਨਾਵਾਂ ਦਾ ਵਰਣਨ ਇਹਨਾਂ ਕਿੱਸਿਆਂ ਵਿੱਚ ਲਿਖੇ ਜਾਂਦੇ ਹਨ। ਦੁਬਾਰਾ ਪੜ੍ਹ ਦੇਣਾ ਮੈਂ, ਕਿੱਸੇ ਕਿਵੇਂ ਕਵਾਂਗੇ ਆਪਾਂ? ਪ੍ਰੇਮੀ ਪ੍ਰੇਮਿਕਾ, ਧਰਮ ਤੇ ਪਰਵਾਨਿਆਂ, ਧਰਮ ਦੇ ਪਰਵਾਨਿਆਂ, ਧਾਰਮਿਕ ਯੋਧਿਆਂ ਅਤੇ ਆਮ ਘਟਨਾਵਾਂ ਦਾ ਵਰਣਨ ਇਹਨਾਂ ਕਿੱਸਿਆਂ ਵਿੱਚ ਲਿਖੇ ਜਾਂਦੇ ਹਨ। ਇਹਨਾਂ ਦੀ ਸੂਰਤ, ਤਵਾਰੀਖੀ
ਜਿਹੀ ਹੁੰਦੀ ਹੈ ਤੇ ਪਰ ਸਿਰ ਪੈਰ ਕੋਈ ਨਹੀਂ ਹੁੰਦਾ, ਇਹਦਾ ਸਿਰ ਪੈਰ ਕੋਈ ਨਹੀਂ ਹੁੰਦਾ। ਜਿਵੇਂ ਸਿਰੀ ਫਰਿਆਦ, ਹੀਰ ਰਾਂਝਾ, ਭਗਤ ਪੂਰਨ, ਬਾਬਾ ਬੰਦਾ ਬਹਾਦਰ, ਕਾਮਰੂਪ, ਇਹ ਸਾਰੇ ਕੀ ਨੇ? ਕਿੱਸੇ ਨੇ। 12 ਮਾਰ ਕੀ ਹੁੰਦੇ ਨੇ? ਆਮ ਤੌਰ ਤੇ ਪ੍ਰਦੇਸ਼ ਗਏ ਆਪਣੇ ਆਸ਼ਕ ਪਤੀ ਦੀ ਉਡੀਕ ਵਿੱਚ ਵਿਜੋਗਣਾ ਦੇ ਨਾਮ ਤੇ ਜੋੜੇ ਜਾਂਦੇ ਹਨ, ਪਰ ਇਹਨਾਂ ਦੀ ਹੋਰ ਪਾਸੇ ਵੀ ਵਰਤੋਂ ਹੁੰਦੀ ਹੈ। ਅੱਗੇ ਜੰਗਨਾਮੇ, ਯੁੱਧ ਬਹਾਦਰ ਬਲੀਦਾਨ, ਯੁੱਧ ਜਾਂ ਬਹਾਦਰ ਬਲੀਦਾਨ, ਸ਼ਹਾਦਤ ਦੀ ਗਾਥਾ ਨੂੰ ਬੜੇ ਹੀ ਦਰਦਨਾਕ ਲਹਿਜੇ ਵਿੱਚ ਸੁਣੇ ਤੇ ਸੁਣਾਏ ਜਾਂਦੇ ਹਨ, ਉਹਨਾਂ ਨੂੰ ਆਪਾਂ ਜੰਗਨਾਮੇ ਕਿਹਾ ਜਾਂਦਾ। ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸੁਣਾਇਆ ਜਾਂਦਾ ਤਾਂ ਇਸ ਨੂੰ ਆਪਾਂ ਜੰਗਨਾਮੇ ਵਿੱਚ ਦੇਖ ਸਕਦੇ ਹਾਂ। ਸਿਹਰਫੀਆਂ ਕੀ ਹੁੰਦਾ? ਅਠਵਾਰੇ, ਸ਼ਲੋਕ, ਰਿਖਤੇ, ਦੋਹੜੇ, ਚਰਖੇ, ਸਤਵਾਰੇ, 35 ਅੱਖਰੀਆਂ ਅਧਿਕ ਕਈ ਚੀਜ਼ਾਂ ਸੂਫੀਆਨਾ ਅੰਦਾਜ਼ ਦੀਆਂ ਹਨ, ਪਰ ਉਹ ਹੋਰ ਪਾਸੇ ਵੀ ਇਹਨਾਂ ਦੀ ਵਰਤੋਂ ਹੋ ਜਾਂਦੀ ਹੈ। ਉਸ ਤੋਂ ਬਾਅਦ ਕਾਫੀਆਂ, ਇਹਨਾਂ ਵਿੱਚ ਸੂਫੀ ਲੋਕ ਸਾਈਂ ਰੱਬ ਨੂੰ ਯਾਦ ਕਰਦੇ ਹਨ ਜਾਂ ਦੁਨੀਆ ਨੂੰ ਚੰਗੇ ਕੰਮਾਂ ਵੱਲ ਮੋੜਨ ਵਾਸਤੇ ਪ੍ਰੇਰਦੇ ਹਨ। ਕਾਫੀਆਂ 'ਚ ਆਪਾਂ ਕੀ ਦੇਖਦੇ ਹਾਂ ਕਿ ਇਹਨਾਂ ਵਿੱਚ ਜਿਹੜੇ ਸੂਫੀ ਲੋਕ ਹੁੰਦੇ ਆ ਉਹ ਸਾਈਂ ਰੱਬ ਨੂੰ ਯਾਦ ਕਰਦੇ ਨੇ ਕਾਫੀਆਂ ਦੁਆਰਾ, ਜਾਂ ਦੁਨੀਆ ਨੂੰ ਚੰਗੇ ਕੰਮਾਂ ਵੱਲ ਮੋੜਨ ਵਾਸਤੇ ਪ੍ਰੇਰਦੇ ਹਨ। ਟੱਪੇ ਕੀ ਹੁੰਦੇ ਆ? ਨਿੱਕੇ ਨਿੱਕੇ ਫਿਕਰੀਆਂ ਨੂੰ ਦਿਲ ਖਿੱਚਵਾਂ ਸ਼ਬਦਾਂ ਵਿੱਚ ਗੁੰਦਿਆ ਜਾਵੇ ਤਾਂ ਉਸ ਨੂੰ ਟੱਪਾ ਕਿਹਾ ਜਾਂਦਾ। ਜਿਹੜੇ ਨਿੱਕੇ ਨਿੱਕੇ ਫਿਕਰੀਆਂ ਹੁੰਦੀਆਂ ਨਾ, ਉਸ ਨੂੰ ਇੱਕ ਤਰ੍ਹਾਂ ਨਾਲ ਜਿਵੇਂ ਦਿਲ ਖਿੱਚਵਾਂ ਸ਼ਬਦ ਬਣਾ ਕੇ ਉਹਨੂੰ ਗੁੰਦਿਆ ਜਾਵੇ ਤਾਂ ਉਸ ਨੂੰ ਆਪਾਂ ਟੱਪੇ ਕਹਾਂਗੇ। ਬੋਲੀਆਂ, ਟੱਪਾ ਦਾ ਹੀ ਦੂਜਾ ਨਾਮ ਜਿਹੜਾ ਬੋਲੀ ਹੈ। ਬੰਤੋ, ਲੱਛੀ, ਜਮਾਲੋ ਆਦਿ ਬੋਲੀਆਂ ਦੇ ਰੂਪਾਂਤਰ ਹਨ। ਬੋਲੀ ਤੁਹਾਨੂੰ ਪਤਾ ਹੀ ਹੋ ਜਾਏਗਾ, ਠੀਕ ਹੈ, ਐਕਸਪਲੇਨ ਕਰਨ ਦੀ ਲੋੜ ਨਹੀਂ। ਕਾਮਨ, ਲਾੜਾ ਸਹੁਰੇ ਘਰ ਆਵੇ ਤਾਂ ਕਾਮਨਾ ਦੇ ਜ਼ੋਰ ਨਾਲ ਘਬਰਾ ਜਾਂਦੇ ਹਨ ਤੇ ਇਹ ਵੀ ਸਿੱਠਣੀਆਂ ਵਾਂਗ ਹੁੰਦੇ ਹਨ ਜਿਨ੍ਹਾਂ ਵਿੱਚ ਮਖੌਲ ਉਡਾਇਆ ਜਾਂਦਾ ਹੈ, ਠੀਕ ਹੈ। ਦੋਹੇ ਕਿੱਥੇ ਵਰਤੇ ਜਾਂਦੇ? ਸੁਣਿਆ ਹੋਏਗਾ ਤੁਹਾਨੂੰ ਦੋਹੇ। ਵਿਆਹ ਵਿੱਚ ਕੁੜੀ ਦੇ ਪੇਕੇ ਘਰ ਕੁੜਮਾਂ ਦੇ ਘਰੋਂ ਮਿਲਣ ਵਾਲੀਆਂ ਦੁਬਾਰਾ ਪੜ੍ਹਦਾ ਮੈਂ। ਵਿਆਹ ਵਿੱਚ ਕੁੜੀ ਦੇ ਪੇਕੇ ਘਰ ਕੁੜਮਾਂ ਦੇ ਘਰੋਂ ਮਿਲਣ ਵਾਸਤੇ ਔਰਤਾਂ ਆਉਂਦੀਆਂ ਹਨ ਤਾਂ ਉਦੋਂ ਦੋਹੇ ਆਮੋ ਸਾਹਮਣੇ ਬੋਲੇ ਜਾਂਦੇ ਹਨ। ਇਹ ਜਿਹੜੇ ਦੋਹੇ ਆ ਜਿਹੜੇ ਬੋਲੇ ਜਾਂਦੇ ਹਨ ਤੇ ਦੋਹੇ ਅਸਲ ਵਿੱਚ ਦੋਹਰਾ ਹੀ ਹੁੰਦਾ ਹੈ, ਸਿੱਠਣੀਆਂ ਵਾਂਗ ਹੀ ਹੁੰਦਾ। ਜਿਹੜਾ ਆਪਾਂ ਸਿੱਠਣੀਆਂ ਪੜ੍ਹ ਕੇ ਆਏ ਨਾ, ਉਹੀ ਹੁੰਦਾ ਹੈ। ਉਸ ਤੋਂ ਅੱਗੇ ਜਿੰਦੂਆ ਕੀ ਹੁੰਦਾ ਹੈ? ਇਹ ਔਰਤਾਂ ਵੱਲ ਢੋਲਕੀ ਤੇ ਗਾਏ ਜਾਣ ਵਾਲੇ ਗੀਤ ਹਨ। ਇਹ ਔਰਤਾਂ ਵੱਲੋਂ ਢੋਲਕੀ ਤੇ ਗਾਏ ਜਾਣ ਵਾਲੇ ਗੀਤ ਹਨ। ਗੀਤ ਨਾਮ ਨੂੰ ਆਪਾਂ ਜਿੰਦੂਆ ਦੇ ਨਾਮ ਨਾਲ ਜਾਣਿਆ ਜਾ ਸਕਦਾ ਹੈ। ਖਿਉੜੇ ਕੀ ਹੁੰਦੇ ਹਨ? ਵਿਆਹ ਵਿੱਚ ਦੋ ਜਣੇ ਵੱਖਰੇ ਵੱਖਰੇ ਮਕਾਨਾਂ 'ਤੇ ਬੈਠ ਕੇ ਸਵਾਲ ਜਵਾਬ ਕਰਦੇ ਹਨ। ਖਿਉੜੇ ਕੀ ਹੁੰਦੇ ਹਨ? ਵਿਆਹ ਵਿੱਚ ਜਿਹੜੇ ਦੋ ਜਣੇ ਵੱਖਰੇ ਵੱਖਰੇ ਜਿਹੜੇ ਮਕਾਨ 'ਤੇ ਬੈਠ ਕੇ ਸਵਾਲ ਜਵਾਬ ਕਰਦੇ ਹਨ। ਲੋਕ ਬੜੇ ਚਾਅ ਨਾਲ ਇਕੱਠੇ ਹੋ ਇਹਨਾਂ ਨੂੰ ਸੁਣਦੇ ਹਨ। ਪਹਿਲੇ, ਹੁਣ ਤਾਂ ਨਹੀਂ ਹੁੰਦਾ ਹੋਏਗਾ, ਪਹਿਲੇ ਇਹਨਾਂ 'ਚ ਜਦੋਂ ਰਿਵਾਜ਼ ਸੀ ਤਾਂ ਉਦੋਂ ਇਹ ਚੀਜ਼ਾਂ ਹੁੰਦੀਆਂ ਸੀ। ਕਬਿਤ ਕੀ ਹੁੰਦਾ ਹੈ? ਕਬਿਤ ਆਮ ਪੰਜਾਬ ਤੇ ਕਬਿਤ 31 ਜਾਂ 32 ਅੱਖਰਾਂ ਦੀ ਤੁਕ ਤੇ 4 ਤੁਕਾਂ ਦਾ ਛੰਦ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਸ਼ਲੋਕ ਦੀ ਉਤਪਤੀ ਸੰਸਕ੍ਰਿਤ ਅਤੇ 31 ਅੱਖਰਾਂ ਦੇ ਨਿਯਮਬੱਧ ਛੰਦ ਤੋਂ ਹੈ ਜਿਸ ਦਾ ਤੁਕਾਂਤ ਨਹੀਂ ਹੁੰਦਾ, ਪਰ ਪੰਜਾਬ ਵਿੱਚ ਇਹ ਸ਼ਲੋਕ ਬਹੁਤ ਦੋਹਰੇ ਦੇ ਰੂਪ ਵਿੱਚ ਪਾਏ ਜਾਂਦੇ ਹਨ। ਇਸ ਨੂੰ ਆਪਾਂ ਸ਼ਲੋਕ ਫਿਰ ਦੁਬਾਰਾ ਦੱਸ ਦਿੰਦਾ ਮੈਂ। ਜਿਹੜੀ ਸ਼ਲੋਕ ਦੀ ਉਤਪਤੀ ਹੈ ਉਹ ਸੰਸਕ੍ਰਿਤ 31 ਅੱਖਰਾਂ ਦੇ ਨਿਯਮਬੱਧ ਛੰਦ ਤੋਂ ਹੀ ਹੈ। ਸ਼ਲੋਕ ਦਾ ਨਾਮ ਜਿਹੜਾ ਸੰਸਕ੍ਰਿਤ ਹੈ ਨਾ, ਸੰਸਕ੍ਰਿਤ ਜਿਹੜੇ 31 ਅੱਖਰ ਹੈ ਉਸਦੇ ਨਿਯਮਬੱਧ ਛੰਦ ਤੋਂ ਹੀ ਹੋਈ ਹੈ, ਪਰ ਜਿਸ ਦਾ ਤੁਕਾਂਤ ਨਹੀਂ ਹੁੰਦਾ। ਪਰ ਪੰਜਾਬ ਵਿੱਚ ਇਹਨਾਂ ਸ਼ਲੋਕਾਂ ਬਹੁਤ ਦੋਹਰੇ ਰੂਪ ਵਿੱਚ ਵਰਤੇ ਜਾਂਦੇ ਹਨ। ਪੰਜਾਬ ਵਿੱਚ ਜਿਹੜਾ ਇਹ ਸ਼ਲੋਕ ਹੈ ਉਹਨੂੰ ਆਪਾਂ ਦੋਹਰੇ ਦੇ ਰੂਪ ਵਿੱਚ ਵਰਤਦੇ ਹਾਂ। ਉਸਨੂੰ ਜੋ ਆਪਾਂ ਪਰ ਦੋਹੇ ਪੜ੍ਹ ਕੇ ਆਏ ਨਾ, ਉਸਨੂੰ ਦੋਹੇ ਦੇ ਰੂਪ 'ਚ ਹੀ ਕਿਹਾ ਜਾਂਦਾ, ਮਗਰ ਸੰਸਕ੍ਰਿਤ ਤੋਂ ਲੈ ਗਏ ਨੇ, ਠੀਕ ਹੈ। ਸੋ ਆਪਾਂ ਨੇ ਉਰੇ ਅਖੌਤਾਂ ਪੜ੍ਹੀਆਂ, ਸੋ ਮੁਹਾਵਰੇ ਪੜ੍ਹੇ ਹੈ ਤੇ ਪੰਜਾਬੀ ਭਾਸ਼ਾ ਦੇ ਕੁਝ ਕਾਵਿ ਰੂਪ ਦੇਖੇ ਨੇ। ਇਹੀ ਪੜ੍ਹ ਲਓ, ਇਹੀ MC ਕੁਝ ਕਿੱਥੇ ਨਾ ਕਿੱਥੇ ਪੁੱਛਿਆ ਜਾ ਸਕਦਾ। ਸੋ ਥੈਂਕ ਯੂ ਵੈਰੀ ਮੱਚ। ਚਲੋ ਫਿਰ ਆਪਾਂ ਹੁਣ ਕੱਲ੍ਹ ਮਿਲਾਂਗੇ। ਸੋ ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅਤੇ ਜੇ ਮੇਰੇ ਬੋਲਣ ਵਕਤ ਕੁਝ ਵੀ ਮੇਰੇ ਤੋਂ ਗਲਤੀ ਹੋਈ ਹੋਵੇ ਤਾਂ ਮੈਨੂੰ ਮਾफ़ ਕਰਿਓ। ਅਤੇ ਇਹਨਾਂ ਅਖੌਤਾਂ ਨੂੰ, ਇਹਨਾਂ ਮੁਹਾਵਰਿਆਂ ਨੂੰ, ਇਹਨਾਂ ਪੰਜਾਬੀ ਦੇ ਕਾਵਿ ਰੂਪਾਂ ਨੂੰ ਬਾਰ-ਬਾਰ ਹਫ਼ਤੇ 'ਚ ਇੱਕ ਵਾਰੀ, ਮੈਂ ਤੁਹਾਨੂੰ ਜ਼ਿਆਦਾ ਨਹੀਂ ਕਹਾਂਗਾ, ਹਫ਼ਤੇ 'ਚ ਇੱਕ ਵਾਰੀ ਨੂੰ ਬਾਰ-ਬਾਰ ਇੱਕ ਵਾਰੀ ਪੜ੍ਹ ਲਿਓ, ਠੀਕ ਹੈ। ਉੱਚੀ ਪੜ੍ਹ ਲਿਓ ਤਾਂ ਕਿ ਤੁਹਾਡੇ ਕੰਨਾਂ ਵਿੱਚ ਪੈਣਗੇ ਤਾਂ ਤੁਸੀਂ ਬਾਰ-ਬਾਰ ਤੁਹਾਡੇ ਯਾਦ ਰਹੇਗਾ, ਠੀਕ ਹੈ। ਸੋ ਥੈਂਕ ਯੂ। ਹੁਣ ਆਪਾਂ ਕੱਲ੍ਹ ਮਿਲਾਂਗੇ। ਰੱਬ ਰਾਖਾ।